ਹੈਗੀ ਸਰਾਵਾਂ ਦੇ ਹੋਟਲਾਂ ਦੇ ਕੀ ਕਹਿਣਾ ਚਾਹੁੰਦੇ? ਹਾਂਜੀ, ਜਿਹੜੀ GST ਲੱਗ ਰਹੀ ਹੈ 1000 ਤੋਂ ਉੱਤੇ ਨਹੀਂ ਲੱਗਣੀ ਚਾਹੀਦੀ ਹੈਗੀ ਹੈ, ਕਿਉਂਕਿ ਇੱਥੇ ਬਹੁਤ ਸਾਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਮਤਲਬ ਕਿ ਇਸ ਰੂਲ ਨੂੰ ਫੋਲੋ ਨਹੀਂ ਕਰ ਸਕਦੇ ਹੈ, ਅਤੇ ਉਹਨਾਂ ਵਾਸਤੇ ਸਾਰੀ ਸੁਵਿਧਾ ਹੋਣੀ ਬਹੁਤ ਜ਼ਰੂਰੀ ਹੈ, ਅਤੇ ਅਸੀਂ ਉਹਨਾਂ ਦੇ ਨਾਲ ਹੀ ਸਹਿਮਤ ਹੈਗੇ ਹਾਂ। ਤੁਸੀਂ ਕਿੰਨੇ ਦਿਨ ਹੋ ਗਏ ਇੱਥੇ ਸਰਾਂ ਦੇ ਵਿੱਚ? ਇੱਥੇ ਸਾਨੂੰ ਅੱਜ ਤੀਸਰੇ ਦਿਨ ਹੋ ਗਏ ਆ। ਤੁਹਾਨੂੰ ਤਾਂ ਕੋਈ GST ਵਗੈਰਾ ਪੇ ਕਰਨੀ? ਨਹੀਂ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹੈ, ਔਰ ਸੋਚਣਾ ਤਾਂ ਸਾਰਿਆਂ ਦੇ ਵਾਸਤੇ ਪੈਂਦਾ ਹੈਗਾ। ਲੇਬਰ ਦੇ ਉੱਤੇ ਕਿੰਨਾ ਕੁ ਅਸਰ ਪਏਗਾ GST ਲੱਗੇਗਾ? ਮੀਡੀਅਮ ਲੋਕਾਂ ਤੇ ਹੀ ਇੰਨਾ ਕਾਫੀ ਅਸਰ ਪੈਂਦਾ, ਤਾਂ ਲੇਬਰ ਲੋਕ ਤੇ ਤਾਂ ਪੈਣਾ ਹੀ ਹੈ ਨਾ। ਫਿਰ ਲੱਗਦਾ ਕਿ ਸਰਾਵਾਂ ਤੇ ਵੀ GST ਲੱਗਣੀ ਚਾਹੀਦੀ ਹੈ? ਲੱਗਣੀ ਚਾਹੀਦੀ ਹੈ, ਲੱਗ ਤਾਂ ਹਰ ਪਾਸੇ ਹੀ ਰਹੀ ਹੈ, ਤਾਂ ਹੁਣ ਸਰਾਵਾਂ ਵੀ ਉਹਦੇ ਵਿੱਚ ਐਡ ਹੈਗੀਆਂ ਨੇ, ਹੈ ਨਾ। वैसे लगनी चाहिए कि नहीं लगनी? नहीं लगनी चाहिए। नहीं तो लगनी चाहिए है, ये तो चीज़ गलत है, नहीं लगनी चाहिए। सरकार वास्ते ਅਸੀਂ ਇਹੀ ਆਖਣੇ ਚਾਹਾਂਗੇ ਕਿ ਸਾਰਿਆਂ ਨੂੰ ਇੱਕ ਬਰਾਬਰ ਨਾਲ ਲੈ ਕੇ ਚੱਲਣਾ ਚਾਹੀਦਾ, ਛੋਟੇ ਵੱਡੇ ਆ ਸਾਰੇ ਮੀਡੀਅਮ ਕਲਾਸ ਦੇ ਹੈਗੇ ਆ, ਤੇ ਇਹਨਾਂ ਸਾਰਿਆਂ ਵਾਸਤੇ ਸੁਵਿਧਾ ਹੋਣੀ ਚਾਹੀਦੀ ਹੈ। ਚਲੋ ਹਾਂਜੀ ਸਰ, ਆਪਣਾ ਨਾਮ ਦੱਸ ਕੇ ਜਿਹੜੀ GST ਸਰਾਵਾਂ ਦੇ ਹੋਟਲਾਂ मैंने हिंदी बोलिए पंजाबी बोलिए? ਪੰਜਾਬੀ पंजाबी। हाँ जी, ਹਾਂਜੀ ਸਰ, ਆਪਣਾ ਨਾਮ ਦੱਸ ਕੇ ਜਿਹੜੀ अमरजीत सिंह दुआ, बिलासपुर छत्तीसगढ़ तो ਅਸੀਂ ਆਏ ਹਾਂ ਸੰਗਤ ਨੂੰ ਲੈ ਕਰਕੇ ਸ੍ਰੀ ਦਰਬਾਰ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਣ ਲਈ। ਅਸੀਂ ਇੱਥੇ 30 ਤਾਰੀਖ ਤੋਂ ਪਹੁੰਚੇ ਹਾਂ, 3 ਤਾਰੀਖ ਤੱਕ ਰਹਿਣਾ ਹੈ ਅਸੀਂ। ਇਸ ਵਿੱਚ ਸਾਨੂੰ ਹੁਣੇ ਪਤਾ ਲੱਗਿਆ ਕਿ ਕੇਂਦਰ ਸਰਕਾਰ ਨੇ ਤੇ ਰਾਜ ਸਰਕਾਰ ਨੇ GST ਲਾਇਆ ਹੈ ਸਾਰਿਆਂ ਵਿੱਚ। ਸਾਡਾ ਸਰਕਾਰ ਨੂੰ ਇਹ ਬੇਨਤੀ ਹੈ ਕਿ ਜੋ 1000 ਤੋਂ ਘੱਟ रूम के चार्जिस है वो GST ना लगे, क्योंकि सराय में अलग अलग प्रांतों तो निम्न तबके तो आते हैं श्रद्धालु, तो 1000 तो जो ज़्यादा रेंट है वो GST लाना चाहिए, क्योंकि GST भी जरूरी है केंद्र सरकार ਨੂੰ मजबूत करने वास्ते, भारत सरकार ਨੂੰ मजबूत करने वास्ते ਤੇ राज्य सरकार ਨੂੰ मजबूत करने वास्ते GST लगना चाहिए, लेकिन 1000 तो उत्ते दे रूम के रेंट में। ਲੋਕਾਂ ਦੀ ਜੇਬ ਉੱਤੇ ਕਿੰਨਾ ਕੁ ਫਰਕ ਪਿਆ? देखो देश ਨੂੰ ਅੱਗੇ ਵਧਾਉਣਾ ਹੈ, ਬਾਕੀ ਦੇਸ਼ਾਂ ਦਾ ਵੀ ਅਸੀਂ ਹਾਲ ਵੇਖ ਰਹੇ ਹਾਂ, ਸਮੇਂ ਦੀ ਮੰਗ ਹੈ ਉਹ। ਬਾਕੀ ਦੇਸ਼ਾਂ ਦਾ ਵੀ ਹਾਲ ਅਸੀਂ ਵੇਖ ਰਹੇ ਹਾਂ, ਤੇ ਸਰਕਾਰ ਨੂੰ ਮਜ਼ਬੂਤ ਹੋਣਾ ਚਾਹੀਦਾ, ਭਾਰਤ ਸਰਕਾਰ ਨੂੰ ਮਜ਼ਬੂਤ ਹੋਣਾ ਚਾਹੀਦਾ। ਉਸ ਕੜੀ ਵਿੱਚ ਇਹ GST ਸਾਡੇ ਹਿੱਤ ਵਿੱਚ ਹੈ, ਅਹਿਤ ਵਿੱਚ ਨਹੀਂ, ਲੇਕਿਨ ਹਾਂ 5000 4000 ਦੇ ਕਮਰੇ ਹੋਣ ਉਹਦੇ ਵਿੱਚ ਜ਼ਰੂਰ GST ਲੱਗਣਾ ਚਾਹੀਦਾ ਹੈ। ਹਾਂਜੀ ਭਾਜੀ, ਆਪਣਾ ਨਾਮ? नरेश चौहान। ਹੋਟਲਾਂ ਦੀ ਜਿਹੜੀ GST ਲੱਗੀ ਆ ਉਹ लगनी चाहिए कि नहीं? ਉਹਦੇ ਨਾਲ ਕਿੰਨਾ ਕੁ ਫਰਕ ਪਏਗਾ? ये तो फ़र्क बहुत पड़ेगा सर। कोरोना से पहले ही मतलब बिजनेस ठप था, लेकिन जैसे अभी ट्रैक पर आ रहा था तो ये GST से मुझे नहीं लगता कि इससे मतलब बहुत फ़र्क पड़ेगा मतलब बिज़नेस पर। पहले भी मतलब 2 साल होटल इंडस्ट्री के माइनस में ही गए हैं, तो अभी ट्रैक पर आ रहे थे, लेकिन अब ये कारोबार पहले से भी ठप ही था, तो बहुत फ़र्क पड़ेगा काम पर। लोगों की जेब में कितना फर्क पड़ेगा? और ज़रूर फ़र्क पड़ेगा, क्यों नहीं पड़ेगा। सिस्टम को थोपा जा रहा है एक किस्म से गवर्नमेंट के द्वारा। सराओं में भी लग के लिए GST लगनी चाहिए कि नहीं लगनी चाहिए? और वहाँ पर देखो बजट भी काफ़ी कम होता है ना, तो उस पर से कस्टमर कहाँ से रेडी होगा GST देने के लिए। गुरु घर की जो सराम बनी होती है लोगों की हेल्प के लिए होती है, थोड़ा कम रेट मिल जाते हैं, वहाँ भी लग रही है, वो लगनी चाहिए कि नहीं लगनी चाहिए? बिल्कुल नहीं लगनी चाहिए। और 5 स्टार 3 स्टार होटलों में तो चलो फिर भी जायज़ है, लेकिन अब जो गुरु घर जहाँ पर तो एक किस्म से वो हेल्प थी एक लोगों के लिए, लेकिन वो भी अब एक किस्म से धक्का ही हो गया कि एक किस्म का। सही काम किया है गलत? बहुत गलत है मेरे हिसाब से। सरकार को क्या मैसेज देना चाहिए? सरकार को यही कि इस पर सोच विचार करना चाहिए, कम से कम छोटे होटलों में या जैसे गुरु घर की सराएँ वगैरह है उनमें से तो ये सब चीज़ें एकदम से माफ़ होनी चाहिए। ਹਾਂਜੀ ਸਰ, ਆਪਣਾ ਨਾਮ ਦੱਸ ਕੇ ਜਿਹੜੀ GST ਲੱਗ ਰਹੀ ਹੋਟਲ ਦੇ ਸਰਾਵਾਂ? ਮੈਂ ਸੁਰਿੰਦਰ ਸਿੰਘ ਹਾਂ ਜੀ, ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਹੋਟਲ ਗੈਸਟ ਹਾਊਸ ਐਸੋਸੀਏਸ਼ਨ ਅੰਮ੍ਰਿਤਸਰ ਤੋਂ ਹਾਂ ਜੀ। ਕਈ ਅਰਸੇ ਤੋਂ ਜਦ ਤੋਂ ਗੁਰੂ ਰਾਮਦਾਸ ਸਾਹਿਬ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਸਾਇਆ, ਉਦੋਂ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਇਰਦ ਗਿਰਦ ਬੁੰਗੇ ਹੁੰਦੇ ਸਨ, ਪਿੰਡਾਂ ਤੋਂ ਲੋਕ ਆ ਕੇ ਉੱਥੇ ਠਹਿਰਦੇ ਹੁੰਦੇ ਸਨ। ਉਹ ਬੁੰਗਿਆਂ ਦੀ ਪ੍ਰਥਾ ਖਤਮ ਹੋਈ, ਉਹਨਾਂ ਦੀ ਜਗ੍ਹਾ ਜਿਹੜੀ ਹੈ ਇੱਥੋਂ ਦੇ ਛੋਟੇ ਛੋਟੇ ਗੈਸਟ ਹਾਊਸ ਹੋਟਲਾਂ ਨੇ ਲਈ,
ਇਹ ਹੋਟਲਾਂ ਨੂੰ ਅੱਜ ਪਹਿਲੀ ਵਾਰੀ ਜਿਹੜਾ ਕਿ ਸਰਕਾਰਾਂ ਨੇ GST ਲਾਗੂ ਕਰ ਦਿੱਤੀ ਹੈ। GST ਇੱਕ ਸਧਾਰਨ ਬੰਦਾ ਜਦੋਂ ਕਿ ਘਰੋਂ ਤੁਰ ਕੇ ਆਉਂਦਾ ਕਿ ਮੈਂ ਲੰਗਰ ਪਾਣੀ ਅੰਮ੍ਰਿਤਸਰ ਛਕਾਂਗਾ ਅਤੇ ਸਰਾਂ ਦੇ ਵਿੱਚ ਮੈਨੂੰ ਕਮਰਾ ਮਿਲ ਜਾਏਗਾ, ਉਹਨੂੰ ਜਦੋਂ ਸਰਾਂ ਦੇ ਵਿੱਚ ਕਮਰਾ ਤਾਦਾਦ ਯਾਤਰੂਆਂ ਦੀ ਜ਼ਿਆਦਾ ਹੋਣ ਕਰਕੇ ਕਮਰਾ ਨਹੀਂ ਮਿਲਦਾ, ਉਹ ਆ ਕੇ ਨੇੜੇ ਦੇ ਸਸਤੇ ਜਿਹੇ ਗੈਸਟ ਹਾਊਸ ਦੇ ਵਿੱਚ ਕਮਰਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਤੇ ਉਹਦੇ ਉੱਤੇ ਵੀ ਸਰਕਾਰ ਨੇ ਜਿਹੜਾ GST ਲਾ ਦੇਣਾ, ਇਹ ਇੱਕ ਟੂਰਿਜ਼ਮ ਦੇ ਉੱਤੇ, ਇੱਕ ਯਾਤਰੂਆਂ ਤੇ, ਇੱਕ ਗੁਰੂ ਮਹਾਰਾਜ ਦੀ ਸੰਗਤ ਦੇ ਉੱਤੇ ਸਰਾਸਰ ਜ਼ੁਲਮ ਹੈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਹਰਿਮੰਦਰ ਸਾਹਿਬ ਆਈਆਂ ਸੰਗਤਾਂ ਦੇ ਉੱਤੇ ਟੈਕਸ ਲਾ ਦਿੱਤਾ ਗਿਆ, ਦਰਸ਼ਨਾਂ ਤੇ ਟੈਕਸ ਲਾ ਦਿੱਤਾ ਗਿਆ, ਜੋ ਕਿ ਸਾਨੂੰ ਬਿਲਕੁਲ ਬਰਦਾਸ਼ਤ ਨਹੀਂਗਾ। ਇਹ ਟੈਕਸ ਜਿਹੜਾ ਵੱਡੇ ਹੋਟਲਾਂ 'ਚ, ਲਗਜ਼ਰੀ ਹੋਟਲਾਂ 'ਚ, ਜਿੱਥੇ ਆ ਕੇ ਲੋਕ ਸ਼ਾਨਦਾਰ ਹੋਟਲਾਂ ਦੇ ਵਿੱਚ ਆ ਕੇ ਰਹਿੰਦੇ ਸੀ, ਨਾ ਤੇ ਉਹਨਾਂ ਨੂੰ ਟੈਕਸ ਦਾ ਫਰਕ ਪੈਂਦਾ ਸੀ, ਨਾ ਹੀ ਉਹਨਾਂ ਨੂੰ ਕਿਸੇ ਕਿਸਮ ਦੀ ਹੋਰ ਖਰਚੇ ਦੀ ਕੋਈ ਫਿਕਰ ਦਿਮਾਗ ਦੇ ਵਿੱਚ ਹੁੰਦਾ ਸੀ। ਇਹ ਯਾਤਰੂ ਜਿਹੜਾ 500 ਰੁਪਏ ਦਾ ਕਮਰਾ ਲਏਗਾ, ਕਿ ਉਹਨੂੰ ਟੈਕਸ ਲਾਣਾ ਵਾਜਬ ਹੈ? ਕਿ ਇਹ ਸਰਕਾਰ ਸੋਚੇ ਕਿ ਇਹ ਇੱਕ ਕਿਸੇ ਦੀ ਗਰਹੀ ਖੋਹਣ ਵਾਲੀ ਗੱਲ ਆ? ਯਾਤਰੂਆਂ ਦੀ, ਹਰਿਮੰਦਰ ਸਾਹਿਬ ਆਏ ਯਾਤਰੂਆਂ ਦੀ ਮੂੰਹ ਦੇ ਵਿੱਚੋਂ ਗਰਹੀ ਖੋਹਣ ਵਾਲੀ ਗੱਲ ਆ। ਜਿਹੜਾ ਬੰਦਾ ਸੋਚ ਕੇ ਆਂਦਾ, ਘਰੋਂ ਲੈ ਕੇ ਆਂਦਾ 1000-2000 ਰੁਪਏ ਲੈ ਕੇ ਵੀ ਲੰਗਰ ਪਾਣੀ ਉੱਥੇ ਛਕ ਲਵਾਂਗੇ ਤੇ ਯਾਤਰਾ ਦੇ ਵਿੱਚ ਜਾਂ ਪਰਿਕਰਮਾ 'ਚ ਸੌ ਜਾਵਾਂਗੇ, ਜੇ ਉਹਨੂੰ ਉੱਥੇ ਜਗ੍ਹਾ ਨਹੀਂ ਮਿਲਦੀ ਤੇ ਆ ਕੇ ਗੈਸਟ ਹਾਊਸ 'ਚ ਕਮਰਾ ਲਏਗਾ ਤੇ ਉਹਦੇ ਉੱਤੇ ਉਹਨੂੰ GST ਲਾ ਦਿੱਤਾ ਜਾਵੇ। ਇਹ ਬਿਲਕੁਲ ਨਾਇਨਸਾਫੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਦੀ ਵਿਰੋਧਤਾ ਕੀਤੀ ਹੈ। ਹੋਰ ਵੀ ਸਾਰੀਆਂ ਸੰਸਥਾਵਾਂ, ਸਾਰੀਆਂ ਜਿੰਨੀਆਂ ਕਿ ਅੰਮ੍ਰਿਤਸਰ ਦੀਆਂ ਤੇ ਪੰਜਾਬ ਦੀਆਂ ਸੰਸਥਾਵਾਂ ਨੇ, ਉਹਨਾਂ ਨੇ ਇਹ ਨਖੇਦੀ ਕੀਤੀ ਹੈ। ਇਹਨੂੰ ਇੱਕ ਵਾਰੀ ਦੁਬਾਰਾ ਇਹਦੇ ਉੱਤੇ ਸੋਚ ਕਰਨੀ ਚਾਹੀਦੀ ਹੈ। ਛੋਟੇ ਛੋਟੇ ਹੋਟਲ ਗੈਸਟ ਹਾਊਸਾਂ ਦੇ ਉੱਤੇ ਜਿਹੜਾ ਕਿ ਠੀਕ ਹੈ, ਇਸ ਇਲਾਕੇ ਨੂੰ 12 ਦਰਵਾਜ਼ਿਆਂ ਦੇ ਅੰਦਰ ਜਿਹੜਾ ਹਰਿਮੰਦਰ ਸਾਹਿਬ ਦਾ ਏਰੀਆ, ਦੁਰਗਿਆਣਾ ਮੰਦਿਰ ਦਾ ਏਰੀਆ, ਰਾਮ ਤੀਰਥ ਸਾਹਿਬ ਦਾ ਏਰੀਆ, ਜਿਹੜਾ ਇਸ ਏਰੀਆ ਨੂੰ ਬਿਲਕੁਲ ਟੈਕਸ ਮੁਕਤ ਹੋਣਾ ਚਾਹੀਦਾ। ਅਸੀਂ ਤਾਂ ਪਹਿਲੇ ਸਗੋਂ ਉਲਟਾ ਕੋਈ ਸਬਸਿਡੀ ਮੰਗ ਰਹੇ ਹਾਂ। ਸਬਸਿਡੀ ਤਾਂ ਸਾਨੂੰ ਦੇਣੋਂ ਰਹੇ ਤੇ ਉਲਟਾ ਸਾਡੇ ਦੇ ਉੱਤੇ ਜੇ GST ਲਾਗੂ ਕਰ ਦਿੱਤੀ ਜਾਏਗੀ ਤੇ ਇਹ ਬੜੀ ਗੱਲ ਆ। ਇਸ ਚੀਜ਼ ਦਾ ਬੜਾ ਨਿੰਦਣਯੋਗ ਇਹ ਸਟੈਪ ਆ ਸਰਕਾਰ